Hello students, my name is Dr. Satwinder Kaur and in this lecture I am going to teach you about the protection. This is very important question for the long question. What is protection? Explain uh, the arguments in favor and against of protection policy. Along with this, the another question of this which will be discussed in another part is the methods of protection policy. So first of all, I'm going to start with the meaning of protection. Protection is just opposite term of the free trade. Protection refers to placing some restrictions on the free flow of international trade. ਜਦੋਂ ਇੰਟਰਨੈਸ਼ਨਲ ਟ੍ਰੇਡ ਦੇ ਉੱਤੇ ਇੱਕ ਕੰਟਰੀ ਦੇ ਵੱਲੋਂ ਕੁਝ ਰਿਸਟ੍ਰਿਕਸ਼ਨਸ ਇੰਪੋਜ਼ ਕੀਤੀਆਂ ਜਾਂਦੀਆਂ ਨੇ in many terms, that is it can be the tariff and non-tariff barriers like quota, etc., subsidies, etc. So these are known as protection policy. So the term usually carries a policy of trade which includes the tariff on imports, but at the same time it consists of a policy that raises the price received by domestic producers of any important importable commodity. In the word market. Protection ਦੇ ਨਾਲ ਇੱਕ ਸਾਈਡ ਦੇ ਉੱਤੇ ਤਾਂ ਪ੍ਰੋਟੈਕਸ਼ਨ ਪਲੱਸ ਵੀ ਹੈ ਮਾਈਨਸ ਵੀ ਹੈ ਦੈਟ ਮੀਨਸ ਕਿ ਇੱਕ ਸਾਈਡ ਦੇ ਉੱਤੇ ਤਾਂ ਅਸੀਂ ਟੈਰਿਫ ਵੀ ਲਗਾ ਰਹੇ ਹਾਂ ਪ੍ਰੋਟੈਕਸ਼ਨ ਦੇ ਉੱਤੇ ਇਹ ਵੀ ਪ੍ਰੋਟੈਕਸ਼ਨ ਹੈ ਇੱਕ ਸਾਈਡ ਦੇ ਉੱਤੇ ਇਫ ਯੂ ਵਾਂਟ ਟੂ ਗਿਵ ਸਮ ਬੈਨੀਫਿਟਸ ਲਾਈਕ ਇਨ ਦ ਫਾਰਮ ਆਫ ਸਬਸਿਡੀਜ਼ to the home producer for international trade, that is also the part of protection. So protection ਜਿਹੜਾ ਹੈ ਉਹ ਇੱਕ ਕੰਟਰੀ ਦੀ ਟ੍ਰੇਡ ਪਾਲਿਸੀ ਹੈ ਜਿਹੜੀ ਕਿ ਰਿਸਟ੍ਰਿਕਸ਼ਨਸ ਨੂੰ ਲੈ ਕੇ ਚੱਲਦੀ ਹੈ ਰੈਦਰ ਦੈਨ ਫ੍ਰੀ ਟ੍ਰੇਡ ਪਾਲਿਸੀ ਆਫ ਅ ਕੰਟਰੀ. ਸੋ ਪ੍ਰੋਟੈਕਸ਼ਨ ਦੇ ਬਹੁਤ ਸਾਰੇ ਫਾਇਦੇ ਵੀ ਨੇ ਤੇ ਬਹੁਤ ਸਾਰੇ ਨੁਕਸਾਨ ਵੀ ਨੇ. ਸੋ among its arguments in favor, ਦੋ ਤਰ੍ਹਾਂ ਦੇ ਆਰਗੂਮੈਂਟਸ ਅਸੀਂ ਡਿਸਕਸ ਕਰਦੇ ਹਾਂ. ਪਹਿਲੇ ਹੈ ਇਕਨੋਮਿਕ ਆਰਗੂਮੈਂਟਸ ਤੇ ਦੂਸਰੇ ਹੈ ਨॉन ਇਕਨੋਮਿਕ ਆਰਗੂਮੈਂਟਸ. Economic arguments like the arguments which are related to economic activities such as money, banking, finances, benefits, revenue, employment, income, etc. ਸੋ ਇਕਨੋਮਿਕ ਆਰਗੂਮੈਂਟਸ 'ਚ ਪਹਿਲਾ ਆਰਗੂਮੈਂਟ ਅਸੀਂ ਜੋ ਪ੍ਰੋਟੈਕਸ਼ਨ ਦੇ ਫੇਵਰ 'ਚ ਦਿੰਦੇ ਹਾਂ ਦੈਟ ਇਜ਼ ਦ ਰੈਵਨਿਊ ਆਰਗੂਮੈਂਟ. ਰੈਵਨਿਊ ਆਰਗੂਮੈਂਟ ਦਾ ਮਤਲਬ ਤੁਹਾਨੂੰ ਬਹੁਤ ਸਿੰਪਲੀ ਇੱਕ ਬੀਇੰਗ ਅ ਸਟੂਡੈਂਟ ਆਫ ਇਕਨੋਮਿਕਸ ਪਤਾ ਚੱਲਦਾ ਕਿ ਜਦੋਂ ਵੀ ਟੈਰਿਫ ਲੱਗਦਾ ਇੰਪੋਰਟ ਡਿਊਟੀ ਜਾਂ ਐਕਸਪੋਰਟ ਡਿਊਟੀ ਲੱਗਦੀ ਹੈ ਤਾਂ ਉਸਦੇ ਨਾਲ ਗਵਰਨਮੈਂਟ ਨੂੰ ਰੈਵਨਿਊ ਜਨਰੇਟ ਹੁੰਦਾ ਹੈ. ਸੋ ਦ ਮੇਨ ਆਬਜੈਕਟਿਵ ਆਫ ਗਿਵਿੰਗ ਪ੍ਰੋਟੈਕਸ਼ਨ ਟੂ ਦ ਹੋਮ ਇੰਡਸਟਰੀ ਇੰਪੋਜ਼ਿੰਗ import duty is to earn revenue because only foreigners pay tax. ਸੋ ਜਦੋਂ ਇੰਪੋਰਟ ਡਿਊਟੀ ਲੱਗਦੀ ਹੈ ਤਾਂ ਉਸ ਟਾਈਮ ਦੇ ਉੱਤੇ ਇੱਕ ਜਿਹੜਾ ਹੈ ਟੈਕਸ ਪੇ ਕਰਨ ਦਾ ਇੱਕ ਸੋਰਸ ਹੈ. ਟੈਕਸ ਤੋਂ ਇਨਕਮ ਜਿਹੜੀ ਹੈ ਉਹ ਗਵਰਨਮੈਂਟ ਦੀ ਜਨਰੇਟ ਹੁੰਦੀ ਹੈ. ਸੋ ਰੈਵਨਿਊ ਆਰਗੂਮੈਂਟ ਜਿਹੜਾ ਹੈ ਉਹ ਇੱਕ ਆਰਗੂਮੈਂਟ ਹੈ ਜਿਹੜੇ ਕਿ ਇਕੋਨਮਿਸਟ ਵਿਊ ਦੱਸਦੇ ਨੇ ਕਿ ਦੈਟ ਇਜ਼ ਕਿ ਦਿਸ ਇਜ਼ ਅ ਫੇਵਰੇਬਲ ਪੁਆਇੰਟ ਆਫ ਪ੍ਰੋਟੈਕਸ਼ਨ ਦੈਟ ਇਜ਼ ਇਟ ਜਨਰੇਟ ਦ ਗਵਰਨਮੈਂਟ ਰੈਵਨਿਊ, ਸਰਕਾਰ ਦੀ ਆਮਦਨ ਹੁੰਦੀ ਹੈ. ਨੈਕਸਟ ਹੈ ਇਨਫੈਂਟ ਇੰਡਸਟਰੀ ਆਰਗੂਮੈਂਟ. ਇਨਫੈਂਟ ਇੰਡਸਟਰੀ ਆਰਗੂਮੈਂਟ ਦਾ ਮਤਲਬ ਹੈ ਕਿ ਕਈ ਵਾਰ ਸਾਡੇ ਦੇਸ਼ ਵਿੱਚ ਹੋਮ ਇੰਡਸਟਰੀਜ਼ ਹੁੰਦੀਆਂ ਨੇ, ਬਿਜ਼ਨਸਮੈਨ ਪ੍ਰੋਡਿਊਸਰਸ ਇੰਡਸਟਰੀਜ਼ ਹੁੰਦੀਆਂ ਨੇ ਜਿਹੜੀਆਂ ਨਵੀਆਂ ਬਣ ਰਹੀਆਂ ਨੇ ਅਤੇ ਜਿਹੜੀਆਂ ਕਿ ਇਸ ਕੈਪੈਸਿਟੀ 'ਚ ਨਹੀਂ ਹੁੰਦੀਆਂ ਕਿ ਉਹ ਫੋਰਨ ਕੰਪੀਟੀਸ਼ਨ ਨੂੰ ਬੀਅਰ ਕਰ ਸਕਣ. ਜੇ ਉਹ ਫੋਰਨ ਬਾਹਰ ਤੋਂ ਵਿਦੇਸ਼ ਤੋਂ ਤਿਆਰ ਕੀਤੀ ਹੋਈ ਕੋਈ ਸਸਤੀ ਪ੍ਰੋਡਕਟ ਦੇ ਨਾਲ ਉਹਨਾਂ ਦਾ ਕੰਪੀਟੀਸ਼ਨ ਹੁੰਦਾ ਤਾਂ ਬਾਇਰ ਹਮੇਸ਼ਾ ਉਹ ਪ੍ਰੋਡਕਟ ਨੂੰ ਖਰੀਦੇਗਾ, ਉਹਨਾਂ ਦਾ ਮਹਿੰਗਾ ਪ੍ਰੋਡਕਟ ਨਹੀਂ ਖਰੀਦੇਗਾ ਕਿਉਂਕਿ ਜਿਹੜੀ ਇੰਡਸਟਰੀ ਨਵੀਂ ਬਣ ਰਹੀ ਹੈ ਉਸਦੀ ਸਟਾਰਟਿੰਗ ਦੇ ਉੱਤੇ ਬਿਗਨਿੰਗ ਦੇ ਉੱਤੇ ਕਾਸਟ ਆਫ ਪ੍ਰੋਡਕਸ਼ਨ ਜ਼ਿਆਦਾ ਹੁੰਦੀ ਹੈ. ਸੋ ਇਹੀ ਕਾਰਨ ਹੁੰਦਾ ਹੈ ਕਿ ਗਵਰਨਮੈਂਟ ਇਹਨਾਂ ਇੰਡਸਟਰੀਜ਼ ਨੂੰ ਪ੍ਰੋਟੈਕਸ਼ਨ ਦੇਣਾ ਚਾਹੁੰਦੀ ਹੈ. ਸੋ ਜਦੋਂ ਗਵਰਨਮੈਂਟ ਇਹਨਾਂ ਇੰਡਸਟਰੀਜ਼ ਨੂੰ ਪ੍ਰੋਟੈਕਸ਼ਨ ਦੇਣਾ ਚਾਹੁੰਦੀ ਹੈ ਤਾਂ ਬਾਹਰ ਤੋਂ ਆਉਣ ਵਾਲੇ ਪ੍ਰੋਡਕਟ ਦੇ ਉੱਤੇ ਟੈਰਿਫ ਜਾਂ ਡਿਊਟੀਜ਼ ਨੂੰ ਲਗਾ ਦਿੱਤਾ ਜਾਂਦਾ ਹੈ. ਕਈ ਵਾਰ ਉਹ ਪ੍ਰੋਡਕਟ ਬੈਨ ਵੀ ਕਰ ਦਿੱਤੇ ਜਾਂਦੇ ਨੇ, ਕਈ ਵਾਰ ਉਹਨਾਂ ਦਾ ਕੋਟਾ ਵੀ ਡਿਸਾਈਡ ਕਰ ਦਿੱਤਾ ਜਾਂਦਾ ਹੈ ਜਿਹੜੇ ਕਿ ਵੀ ਵਿਲ ਡਿਸਕਸ ਇਨ ਦ ਮੈਥਡਸ ਆਫ ਪ੍ਰੋਟੈਕਸ਼ਨ. ਸੋ ਹੁਣ ਤੱਕ ਅਸੀਂ 2 ਪੁਆਇੰਟ ਡਿਸਕਸ ਕੀਤੇ ਹੈ. The first point is the revenue argument कि गवर्नमेंट ਨੂੰ revenue ਹੋ ਰਿਹਾ. ਦੂਸਰਾ the infant industry argument, ਆਪਣੇ ਦੇਸ਼ ਦੀ
ਇੰਡਸਟਰੀ ਨੂੰ ਬਚਾਉਣ ਦੇ ਲਈ, ਪ੍ਰੋਟੈਕਟ ਕਰਨ ਦੇ ਲਈ ਅਸੀਂ ਜਿਹੜਾ ਹੈ ਪ੍ਰੋਟੈਕਸ਼ਨ ਪਾਲਿਸੀ ਨੂੰ ਅਡਾਪਟ ਕਰਦੇ ਹਾਂ। ਨੈਕਸਟ ਇਜ਼ ਰਿਲੇਟਿਡ ਟੂ expansion of home market argument. Economists are also in favor ਕਿ ਜਦੋਂ ਪ੍ਰੋਟੈਕਸ਼ਨ ਪਾਲਿਸੀ ਲੱਗਦੀ ਹੈ ਤਾਂ ਸਾਡੀ ਆਪਣੀ ਕੰਟਰੀ ਦੇ ਵਿੱਚ ਜਿਹੜੀ ਹੈ ਐਕਸਪੈਂਸ਼ਨ ਹੁੰਦੀ ਹੈ ਮਾਰਕੀਟ ਦੀ, ਕਿਉਂਕਿ ਸਾਡੇ ਦੇਸ਼ ਦੇ ਜਿਹੜੇ ਕੰਜ਼ਿਊਮਰ ਨੇ ਉਹ ਬਾਹਰਲੇ ਪ੍ਰੋਡਕਟਸ ਦੀ ਬਜਾਏ ਆਪਣੇ ਦੇਸ਼ ਦੇ ਪ੍ਰੋਡਕਟਸ ਦੀ ਡਿਮਾਂਡ ਕਰਦੇ ਨੇ। ਜਦੋਂ ਸਾਨੂੰ ਪਤਾ ਹੈ ਕਿ ਕੋਈ ਪ੍ਰੋਡਕਟ ਜਿਹੜਾ ਹੈ ਅਸੀਂ ਬਾਹਰੋਂ ਮੰਗਵਾ ਰਹੇ ਹਾਂ, ਉਹ ਬਾਹਰੋਂ ਦੀ ਆਉਣ ਵਾਲਾ ਪ੍ਰੋਡਕਟ ਹੁਣ ਮਹਿੰਗਾ ਹੋ ਗਿਆ ਜਾਂ ਉਸ 'ਤੇ ਬੈਨ ਲੱਗਣਾ ਸ਼ੁਰੂ ਹੋ ਗਿਆ, ਤਾਂ ਸਾਡੇ ਦੇਸ਼ ਦਾ ਕੰਜ਼ਿਊਮਰ ਡਿਮਾਂਡ ਕਰੇਗਾ ਕਿ ਇਸ ਪ੍ਰੋਡਕਟ ਨੂੰ ਸਾਡੇ ਦੇਸ਼ ਦੇ ਵਿੱਚ ਪ੍ਰੋਡਿਊਸ ਕੀਤਾ ਜਾਏ। ਸੋ ਜਦੋਂ ਉਹ ਡਿਮਾਂਡ ਕੀਤਾ ਜਾਏਗਾ ਤਾਂ ਪ੍ਰੋਡਿਊਸਰਸ ਉਸ ਨੂੰ ਪ੍ਰੋਡਿਊਸ ਕਰਨ ਲਈ ਐਨਕਰੇਜ ਹੋਣਗੇ, ਇਨੀਸ਼ੀਏਟਿਵ ਲੈਣਗੇ ਅਤੇ ਉਸ ਦੇ ਲਈ ਸਾਡੇ ਦੇਸ਼ ਦੀ ਜਿਹੜੀ ਹੋਮ ਮਾਰਕੀਟ ਹੈ ਉਸ ਨੂੰ ਇਨਕਰੀਜ਼ ਕੀਤਾ ਜਾ ਸਕਦਾ ਹੈ। ਸੋ ਇਸ ਦੇ ਨਾਲ ਹੀ ਜਦੋਂ ਸਾਡੀ ਕੰਟਰੀ ਦੀ ਹੋਮ ਮਾਰਕੀਟ, ਜਿਸ ਨੂੰ ਆਪਾਂ ਬੋਲਦੇ ਹਾਂ ਇੰਪੋਰਟ ਸਬਸਟੀਟਿਊਸ਼ਨ, ਕਿਉਂਕਿ ਇੰਪੋਰਟ ਸਬਸਟੀਟਿਊਸ਼ਨ ਹੋਏਗੀ ਜਦੋਂ ਪ੍ਰੋਟੈਕਸ਼ਨ ਪਾਲਿਸੀ ਲੱਗ ਰਹੀ ਹੈ। ਜਦੋਂ ਇੰਪੋਰਟ ਸਬਸਟੀਟਿਊਸ਼ਨ ਹੋ ਗਿਆ ਤਾਂ ਉਸ ਦੇ ਨਾਲ 2 ਪੁਆਇੰਟਸ ਆਟੋਮੈਟਿਕਲੀ ਇਨਕਰੀਜ਼ ਹੋਣਗੇ ਕਿ ਦੈਟ ਇਜ਼ ਇੰਪਲੋਇਮੈਂਟ ਵੀ ਇਨਕਰੀਜ਼ ਹੋਏਗੀ ਅਤੇ ਪ੍ਰੋਡਿਊਸਰ ਦੀ ਇਨਕਮ ਵੀ ਇਨਕਰੀਜ਼ ਹੋਏਗੀ। ਸੋ ਇੱਕ ਚੈਨਲ, ਇੱਕ ਚੇਨ ਚੱਲਣੀ ਸ਼ੁਰੂ ਹੋ ਜਾਏਗੀ। So this is about home market expansion, increase in employment and increase in income. Next is related to balance of trade argument. ਇਹ ਵੀ ਤੁਹਾਨੂੰ ਨਾਮ ਤੋਂ ਹੀ ਪਤਾ ਚੱਲ ਰਿਹਾ ਹੈ ਕਿ ਜਦੋਂ ਆਪਾਂ ਫੋਰਨ ਟ੍ਰੇਡ ਪਾਲਿਸੀ ਦੀ ਗੱਲ ਕਰਦੇ ਹਾਂ, that is we are associated with trade of import and export. That is ਕਿ trade is related to import and exports of goods and services. So ਜਦੋਂ ਪ੍ਰੋਟੈਕਸ਼ਨ ਮੈਜ਼ਰਸ ਲੱਗ ਗਈਆਂ ਤਾਂ ਸਾਡੇ ਨਾਲ ਸਾਡੇ ਐਕਸਪੋਰਟਸ ਫੇਵਰ 'ਚ ਹੋਣਗੇ, ਇੰਪੋਰਟ ਜਿਹੜੇ ਹੈ ਵੀ ਉਹਨਾਂ ਦੇ ਉੱਤੇ ਬਾਹਰ ਵਿਦੇਸ਼ਾਂ 'ਚ ਪੈਸਾ ਨਹੀਂ ਜਾਏਗਾ। ਮਤਲਬ ਕਿ ਐਕਸਪੋਰਟਸ ਵਿਲ ਬੀ ਗ੍ਰੇਟਰ ਦੈਨ ਇੰਪੋਰਟਸ, ਕਿਉਂਕਿ ਇੰਪੋਰਟਸ ਦੇ ਉੱਤੇ ਡਿਊਟੀ ਲਾ ਰਹੇ ਹਾਂ ਆਪਾਂ। ਅਸੀਂ ਬਾਹਰੋਂ ਦੀ ਪ੍ਰੋਵੀਜ਼ਨ ਨਹੀਂ ਦੇ ਰਹੇ ਲੋਕਾਂ ਨੂੰ ਕਿ ਤੁਸੀਂ ਆਪਣੇ ਪ੍ਰੋਡਕਟ ਨੂੰ ਵੇਚੋ ਸਾਡੇ ਦੇਸ਼ 'ਚ, ਘੱਟ ਦੇ ਰਹੇ ਹਾਂ। ਸੋ ਉਹਦੇ ਨਾਲ ਸਾਡੇ ਐਕਸਪੋਰਟਸ ਵੱਧ ਹੋਣਗੇ ਇੰਪੋਰਟ ਨਾਲੋਂ, ਜਿਸ ਦੇ ਨਾਲ ਟਰਮਸ ਆਫ ਟ੍ਰੇਡ ਵੀ ਫੇਵਰ 'ਚ ਹੋਣਗੀਆਂ ਅਤੇ ਬੈਲੈਂਸ ਆਫ ਟ੍ਰੇਡ ਵੀ ਫੇਵਰ 'ਚ ਹੋਏਗਾ। ਸੋ ਇਹ ਦੋਨੋਂ ਪੁਆਇੰਟਸ ਜਿਹੜੇ ਨੇ ਗਵਰਨਮੈਂਟ ਦੇ ਲਈ ਬੈਲੈਂਸ ਆਫ ਪੇਮੈਂਟ ਦੇ ਵਿੱਚ ਫਾਇਦਾ ਦਿੰਦੇ ਨੇ। ਨੈਕਸਟ ਇਜ਼ ਪਰਚੇਜ਼ਿੰਗ ਪਾਵਰ ਆਰਗੂਮੈਂਟ। ਜਦੋਂ ਸਾਡੇ ਦੇਸ਼ ਦਾ ਪੈਸਾ ਵਿਦੇਸ਼ਾਂ 'ਚ ਜਾਣਾ ਬੰਦ ਹੋ ਜਾਏਗਾ, ਵਿਦੇਸ਼ਾਂ 'ਚ ਕਦੋਂ ਜਾਂਦਾ ਹੈ? ਜਦੋਂ ਅਸੀਂ ਇੰਪੋਰਟ ਮੰਗਵਾਉਂਦੇ ਹਾਂ, ਬਾਹਰ ਜਾਂਦਾ ਉਹ ਪੈਸਾ। ਜਦੋਂ ਸਾਡੇ ਦੇਸ਼ ਦਾ ਪੈਸਾ ਵਿਦੇਸ਼ਾਂ ਵਿੱਚ ਜਾਣਾ, ਫੋਰਨ ਕੰਟਰੀਜ਼ 'ਚ ਜਾਣਾ ਬੰਦ ਹੋ ਜਾਏਗਾ ਤਾਂ ਉਸਦਾ ਇੱਕ ਰਿਜ਼ਲਟ ਆਏਗਾ ਕਿ ਸਾਡੇ ਦੇਸ਼ ਦੇ ਲੋਕਾਂ ਦੀ ਪਰਚੇਜ਼ਿੰਗ ਪਾਵਰ ਇਨਕਰੀਜ਼ ਹੋਣੀ ਸ਼ੁਰੂ ਹੋ ਜਾਏਗੀ। ਜਦੋਂ ਇਹ ਪਰਚੇਜ਼ਿੰਗ ਪਾਵਰ ਇਨਕਰੀਜ਼ ਹੋਏਗੀ ਤਾਂ ਕੰਟਰੀ ਦੇ ਲੋਕ 2 ਤਰ੍ਹਾਂ 'ਚ ਇਸ ਨੂੰ ਯੂਜ਼ ਕਰ ਸਕਦੇ ਨੇ। ਪਹਿਲਾ ਇਨਵੈਸਟਮੈਂਟ ਕਰਕੇ, ਕਿਉਂਕਿ ਉਹਨਾਂ ਤੋਂ ਪੈਸਾ ਵੱਧ ਗਿਆ ਤਾਂ ਨਾਓ ਦੇ ਕੈਨ ਯੂਜ਼ in the form of business promotion through investment. Secondly, they can increase the demand which will be benefit to producers. So consumption ਵੀ ਵਧੇਗੀ ਅਤੇ ਨਾਲ ਹੀ ਨਾਲ ਉਹਨਾਂ ਦੀ ਜਿਹੜੀ ਹੈ earnings ਵੀ ਵਧਣੀਆਂ ਸ਼ੁਰੂ ਹੋ ਜਾਣਗੀਆਂ। Next, scientific research argument ਔਰ ਰਿਸਰਚ ਐਂਡ ਡਿਵੈਲਪਮੈਂਟ ਆਰਗੂਮੈਂਟ। ਜਦੋਂ ਅਸੀਂ ਦੇਖਾਂਗੇ ਕਿ ਇੰਪੋਰਟ ਸਬਸਟੀਟਿਊਸ਼ਨ ਦੀ ਪਾਲਿਸੀ ਅਪਲਾਈ ਕੀਤੀ ਜਾਏਗੀ, ਕਿਉਂਕਿ ਲੋਕ ਬਾਹਰੋਂ ਦੀ ਹੁਣ ਪ੍ਰੋਡਕਟ ਮੰਗਵਾ ਨਹੀਂ ਪਾ ਰਹੇ, ਇੰਪੋਰਟ ਕਰ ਨਹੀਂ ਪਾ ਰਹੇ, ਬਾਹਰ ਦੀਆਂ ਚੀਜ਼ਾਂ ਮਹਿੰਗੀਆਂ ਪੈ ਰਹੀਆਂ ਨੇ ਅਤੇ ਪ੍ਰੋਡਿਊਸਰ ਹੋਮ ਕੰਟਰੀ ਦੇ ਵਿੱਚ ਕੋਸ਼ਿਸ਼ ਕਰ ਰਹੇ ਨੇ ਕਿ ਪ੍ਰੋਡਕਟ ਪ੍ਰੋਡਿਊਸ ਕੀਤਾ ਜਾਏ। ਉਸ ਦੇ ਨਾਲ ਰਿਸਰਚ ਐਂਡ ਡਿਵੈਲਪਮੈਂਟ ਦੇ ਉੱਤੇ ਜ਼ੋਰ ਦਿੱਤਾ ਜਾਏਗਾ ਅਤੇ ਉਸ ਦੇ ਨਾਲ ਦੇਸ਼ ਦੇ ਵਿੱਚ ਸਾਇੰਟੀਫਿਕ ਡਿਵੈਲਪਮੈਂਟ ਹੋਣੀ ਸ਼ੁਰੂ ਹੋ ਜਾਂਦੀ ਹੈ। ਸੋ ਇਸ ਦੇ ਨਾਲ ਮੋਡਰਨਾਈਜੇਸ਼ਨ ਵੀ ਬੈਨੀਫਿਟ ਦਿੰਦੀ ਹੈ, ਕਾਸਟ ਆਫ ਪ੍ਰੋਡਕਸ਼ਨ ਵੀ ਰਿਡਿਊਸ ਹੋਣੀ ਸ਼ੁਰੂ ਹੋ ਜਾਂਦੀ ਹੈ। ਨੈਕਸਟ ਇਜ਼ ਐਂਟੀ ਡੰਪਿੰਗ ਆਰਗੂਮੈਂਟ। ਇੱਕ ਡੰਪਿੰਗ ਦੀ ਪਾਲਿਸੀ ਹੁੰਦੀ ਹੈ ਜਿਸ ਦੇ ਵਿੱਚ ਬਾਹਰ ਦੇ ਪ੍ਰੋਡਿਊਸਰਸ ਨੂੰ ਜਿਹੜੇ ਬਾਹਰੋਂ ਦੀ ਐਕਸਪੋਰਟ ਕਰ ਰਹੇ ਨੇ, ਅਸੀਂ ਉਹਨਾਂ ਨੂੰ ਇੰਪੋਰਟ ਕਰ ਰਹੇ ਹਾਂ ਆਪਣੇ ਦੇਸ਼ 'ਚ, ਉਹ ਪ੍ਰੋਡਿਊਸਰਸ ਨੂੰ ਇੱਕ ਪ੍ਰੋਵੀਜ਼ਨ ਮਿਲਦੀ ਹੈ ਕਿ ਉਹ ਆਪਣੇ ਦੇਸ਼ ਦਾ
ਸਮਾਨ ਸਸਤੇ ਰੇਟਾਂ ਵਿੱਚ ਸਾਡੇ ਦੇਸ਼ 'ਚ ਵੇਚ ਸਕਦੇ ਨੇ, ਜਿਵੇਂ ਚਾਈਨਾ ਵੇਚ ਰਿਹਾ ਸਸਤੇ ਰੇਟਾਂ ਵਿੱਚ ਦੂਜੀਆਂ ਕੰਟਰੀਜ਼ ਦੇ ਵਿੱਚ। ਉਸ ਚੀਜ਼ ਤੋਂ ਆਪਣੇ ਦੇਸ਼ ਦੇ ਪ੍ਰੋਡਿਊਸਰ ਨੂੰ ਬਚਾਉਣ ਲਈ, ਕਿਉਂਕਿ ਸਾਡੇ ਦੇਸ਼ ਦਾ ਪ੍ਰੋਡਿਊਸਰ ਉਹਨਾਂ ਦੇ ਸਸਤੇ ਪ੍ਰੋਡਕਟਸ ਦੇ ਨਾਲ ਕੰਪੀਟ ਨਹੀਂ ਕਰ ਪਾ ਰਿਹਾ, ਉਸ ਚੀਜ਼ ਤੋਂ ਬਚਾਉਣ ਲਈ ਐਂਟੀ ਡੰਪਿੰਗ ਆਰਗੂਮੈਂਟ ਹੈ ਕਿ ਜਿਹੜਾ ਪ੍ਰੋਡਕਟ ਬਾਹਰੋਂ ਦੀ ਸਸਤਾ ਆ ਰਿਹਾ, ਮੰਨ ਲਓ ਕਿ ਉਹ 10 ਰੁਪਏ ਦਾ ਆ ਰਿਹਾ, ਉਸ ਚੀਜ਼ ਦੇ ਪ੍ਰਾਈਸ ਨੂੰ ਜ਼ਿਆਦਾ ਟੈਰਿਫ ਲਾ ਕੇ, ਮੰਨ ਲਓ 7 ਰੁਪਏ ਟੈਰਿਫ ਲਾਤਾ ਤਾਂ ਉਸਦਾ ਪ੍ਰਾਈਸ 17 ਰੁਪਏ ਹੋ ਗਿਆ 10 ਤੋਂ, ਤਾਂ ਉਹ ਮਹਿੰਗਾ ਕਰ ਦਿੱਤਾ ਜਾਂਦਾ ਹੈ। ਸੋ ਇਸ ਨੂੰ ਬੋਲਦੇ ਨੇ ਐਂਟੀ ਡੰਪਿੰਗ ਆਰਗੂਮੈਂਟ। So with this, the another point is diversification of industry argument. Industry ਦੀ diversification ਹੁੰਦੀ ਹੈ, ਕਿਉਂ? ਕਿਉਂਕਿ ਪਹਿਲੇ ਅਸੀਂ ਸਪੈਸ਼ਲਾਈਜੇਸ਼ਨ ਦੇ ਥਰੂ ਬਾਹਰਲੀ ਕੰਟਰੀ ਦੇ ਜਿਹੜੇ ਆਪਣੇ ਦੇਸ਼ ਉਹ ਹੀ ਪ੍ਰੋਡਿਊਸ ਕਰ ਰਹੇ ਹਾਂ, ਜਿੰਨਾ ਕੁ ਸਾਡੀ ਸਪੈਸ਼ਲਾਈਜੇਸ਼ਨ ਹੈ, ਜਿਹਦੀ ਸਾਡੀ ਕਾਸਟ ਆਫ ਪ੍ਰੋਡਕਸ਼ਨ ਘੱਟ ਪੈਂਦੀ ਹੈ, ਬਾਹਰੋਂ ਮੰਗਵਾ ਲੈਂਦੇ ਸੀ। ਹੁਣ ਜਦੋਂ ਇੰਪੋਰਟ ਡਿਊਟੀ ਲਾ ਦਿੱਤੀ ਤਾਂ ਉਹ ਰਿਸਕੀ ਬਣਾ ਦਿੱਤਾ ਕੰਮ, ਉਸਦੇ ਉੱਤੇ ਕੁਝ ਪ੍ਰੋਟੈਕਸ਼ਨ ਲਾ ਦਿੱਤੀ, ਅਤੇ ਇਸ ਦੇ ਲਈ ਅਸੀਂ ਆਪਣੀ ਕੰਟਰੀ ਦੇ ਪ੍ਰੋਡਿਊਸਰ ਨੂੰ ਐਨਕਰੇਜ ਕੀਤਾ ਕਿ ਤੁਸੀਂ ਉਹ ਵੀ ਪ੍ਰੋਡਕਟ ਪ੍ਰੋਡਿਊਸ ਕਰੋ ਜਿਨ੍ਹਾਂ 'ਤੇ ਤੁਹਾਡੀ ਸਪੈਸ਼ਲਾਈਜੇਸ਼ਨ ਨਹੀਂ ਹੈ, ਜਿਨ੍ਹਾਂ 'ਤੇ ਤੁਹਾਡੀ ਕਾਸਟ ਆਫ ਪ੍ਰੋਡਕਸ਼ਨ ਜ਼ਿਆਦਾ ਹੈ, ਜਿਸ ਨੂੰ ਆਪਾਂ ਇੰਪੋਰਟ ਸਬਸਟੀਟਿਊਸ਼ਨ ਪੋਲਿਸੀ ਬੋਲਦੇ ਹਾਂ। ਸੋ ਇਸ ਦੇ ਨਾਲ ਦੇਸ਼ ਦੇ ਵਿੱਚ ਇੰਡਸਟਰੀਜ਼ ਦੇ ਵਿੱਚ ਡਾਇਵਰਸੀਫਿਕੇਸ਼ਨ ਆਉਣੀ ਸ਼ੁਰੂ ਹੋ ਜਾਂਦੀ ਹੈ। ਨੈਕਸਟ ਪੁਆਇੰਟ ਜਿਹੜਾ ਕਿ ਇਕਨੋਮਿਕ ਆਰਗੂਮੈਂਟਸ ਦਾ ਲਾਸਟ ਪੁਆਇੰਟ ਹੈ, ਕੀ ਇੰਡਸਟਰੀ ਆਰਗੂਮੈਂਟ। ਕੁਝ ਬੇਸਿਕ ਇੰਡਸਟਰੀਜ਼ ਹੁੰਦੀਆਂ ਨੇ, ਜਿਵੇਂ ਕਿ ਜਿਹੜੀਆਂ ਜਿਨ੍ਹਾਂ ਦੇ ਉੱਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੁੰਦੀ ਹੈ। ਕੀ ਇੰਡਸਟਰੀਜ਼ ਵਿੱਚ ਡਿਫੈਂਸ ਇੰਡਸਟਰੀ ਵੀ ਆ ਜਾਂਦੀ ਹੈ, ਕੀ ਇੰਡਸਟਰੀ ਦੇ ਵਿੱਚ ਓਇਲ ਇੰਡਸਟਰੀ, ਕੋਲ ਇੰਡਸਟਰੀ ਵੀ ਆ ਜਾਂਦੀ ਹੈ, ਜਿਹੜੀਆਂ ਕਿ PMO ਦੀ ਰਿਜ਼ੀਮ ਦੇ ਅੰਦਰ ਹੁੰਦੀਆਂ ਨੇ, ਪ੍ਰਾਈਮ ਮਿਨਿਸਟਰ ਦੇ ਅੰਡਰ ਆਉਂਦੀਆਂ ਨੇ, ਜਾਂ ਜਿਹੜੀਆਂ ਕਿ ਨੈਚੁਰਲ ਰਿਸੋਰਸਿਸ ਬਾਇਓਲੋਜੀਕਲ ਪ੍ਰੋਸੈਸ ਦੀ ਥਰੂ ਬਣਦੀ ਯੂਜ਼ ਕਰਦੀਆਂ ਨੇ, ਜਿਨ੍ਹਾਂ ਦੇ ਵਿੱਚ ਆਪਾਂ ਕਹਿੰਦੇ ਹਾਂ ਕਿ ਸਾਨੂੰ ਸਸਟੇਨੇਬਲ ਡਿਵੈਲਪਮੈਂਟ ਦੀ ਲੋੜ ਹੈ, ਮਤਲਬ ਕਿ ਇਹਨਾਂ ਰਿਸੋਰਸਿਸ ਨੂੰ ਬਚਾਉਣ ਦੀ ਜ਼ਰੂਰਤ ਹੈ। ਸੋ ਉਹਨਾਂ ਇੰਡਸਟਰੀਜ਼ ਦੇ ਵਿੱਚ ਐਕਸਪਲੋਟੇਸ਼ਨ ਨਾ ਹੋ ਸਕੇ, ਉਹਨਾਂ ਇੰਡਸਟਰੀਜ਼ ਦਾ ਸਮਾਨ ਬਾਹਰਲੇ ਦੇਸ਼ਾਂ 'ਚ ਨਾ ਜਾ ਸਕੇ, ਲੋੜ ਤੋਂ ਵੱਧ ਉਸਨੂੰ ਕੰਜ਼ਿਊਮ ਨਾ ਕੀਤਾ ਜਾ ਸਕੇ, ਇਸ ਦੇ ਲਈ ਵੀ ਅਸੀਂ ਪ੍ਰੋਟੈਕਸ਼ਨ ਪੋਲਿਸੀ ਨੂੰ ਯੂਜ਼ ਕਰਦੇ ਹਾਂ। ਨੈਕਸਟ ਹੈ ਬੇਟਾ ਨੋਨ ਇਕਨੋਮਿਕ ਆਰਗੂਮੈਂਟਸ। ਨੋਨ ਇਕਨੋਮਿਕ ਆਰਗੂਮੈਂਟਸ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਜਿਨ੍ਹਾਂ ਦਾ ਨੇਚਰ ਇਕਨੋਮਿਕ ਨਾ ਹੋਵੇ। ਇਹਦੇ ਵਿੱਚ ਪਹਿਲਾ ਪੁਆਇੰਟ ਹੈ ਡਿਫੈਂਸ ਇੰਡਸਟਰੀ, ਕਿ ਦੈਟ ਇਜ਼ ਕਿ ਅਸੀਂ ਚਾਹੁੰਦੇ ਹਾਂ ਕਿ ਦੈਟ ਇਜ਼ ਕਿ ਐਵਰੀਥਿੰਗ ਜਿਹੜੀ ਕਿ ਸਾਡੇ ਕੰਟਰੀ ਦੇ ਪ੍ਰੋਟੈਕਸ਼ਨ ਦੇ ਵਿੱਚ ਆ ਜਾਂਦੀ ਹੈ, ਦੈਟ ਇਜ਼ ਕਿ ਅਸੀਂ ਆਪਣੇ ਦੇਸ਼ ਨੂੰ ਦੂਜੇ ਦੇਸ਼ ਦੇ ਜਿਹੜੀ ਹੈ ਦੂਜੀਆਂ ਇਕੋਨਮੀਜ਼ ਤੋਂ ਬਚਾਈਏ। ਸੋ ਉਸਦੇ ਵਿੱਚ ਸਮਟਾਈਮਸ ਕੀ ਹੁੰਦਾ ਕਿ ਦੂਜੇ ਦੇਸ਼ ਦੀ ਕੰਟਰੀ ਜਿਹੜੀ ਹੈ ਕੰਮ ਸ਼ੁਰੂ ਕਰਦੀ ਹੈ ਇੰਪੋਰਟ ਐਕਸਪੋਰਟ ਤੋਂ, ਟ੍ਰੇਡ ਤੋਂ, ਬਾਅਦ ਵਿੱਚ ਹੌਲੀ ਹੌਲੀ ਜਿਹੜੀ ਹੈ ਮਲਟੀਨੈਸ਼ਨਲ ਕਾਰਪੋਰੇਸ਼ਨ ਦੇ ਥਰੂ ਸਾਡੇ ਕੰਟਰੀ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਐਂਟਰ ਕਰਨ ਦੀ ਕੋਸ਼ਿਸ਼ ਕਰਦੀ ਹੈ, ਜਾਂ ਸਾਡੇ ਦੇਸ਼ ਦੀ ਜਿਹੜੀ ਹੈ ਇਕਨੋਮਿਕ ਸਟਰਕਚਰ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕਰਦੀ ਹੈ। ਸੋ ਇਸ ਦੇ ਨਾਲ ਹੀ ਸਾਡੀ ਜਿਹੜੀ ਡਿਫੈਂਸ ਇੰਡਸਟਰੀ ਹੈ ਉਸਨੂੰ ਵੀ ਬਚਾਉਣ ਦੇ ਲਈ ਕਿ ਹਾਂ ਵੀ ਸਾਡੇ ਆਰਮਸ ਐਂਡ ਐਮਿਊਨੀਸ਼ਨਸ, ਜਿਵੇਂ ਕਿ ਹਥਿਆਰਾਂ ਨੂੰ ਬਾਹਰਲੇ ਦੇਸ਼ਾਂ 'ਚ ਨਾ ਭੇਜਿਆ ਜਾਏ, ਪਰਮਾਣੂ ਊਰਜਾ, ਨਿਊਕਲੀਅਰ ਐਨਰਜੀ ਜਿਹਨੂੰ ਕਹਿੰਦੇ ਹਾਂ ਆਪਾਂ, ਉਸ ਨੂੰ ਬਾਹਰਲੇ ਦੇਸ਼ਾਂ 'ਚ ਨਾ ਭੇਜਿਆ ਜਾਏ, ਏਅਰਕ੍ਰਾਫਟ ਜਿਹੜੇ ਨੇ ਇਹਨਾਂ ਦੀ ਸਹੀ ਤਰੀਕੇ ਦੇ ਨਾਲ ਯੂਟੀਲਾਈਜੇਸ਼ਨ ਹੋਏ, ਇਹਨਾਂ ਨੂੰ ਬਾਹਰ ਐਕਸਪੋਰਟ ਨਾ ਕੀਤਾ ਜਾ ਸਕੇ, ਇਸ ਦੇ ਲਈ ਵੀ ਜਿਹੜੀ ਹੈ ਡਿਫੈਂਸ ਨੂੰ ਬਚਾਉਣ ਦੇ ਲਈ, ਡਿਫੈਂਸ ਇੰਡਸਟਰੀ ਨੂੰ ਹੈਲਪ ਦੇਣ ਦੇ ਲਈ ਅਸੀਂ ਪ੍ਰੋਟੈਕਸ਼ਨ ਦੀ ਪੋਲਿਸੀ ਲਗਾ ਲੈਂਦੇ ਹਾਂ। ਨੈਕਸਟ ਇਜ਼ ਨੈਸ਼ਨਲ ਸੈਲਫ ਸਫੀਸ਼ੈਂਸੀ ਆਰਗੂਮੈਂਟ। ਆਪਣੇ ਦੇਸ਼ ਦੇ ਵਿੱਚ ਸੈਲਫ ਸਫੀਸ਼ੈਂਸੀ ਲਿਆਉਣ ਲਈ ਅਸੀਂ ਦੂਜਿਆਂ ਦੇ ਉੱਤੇ ਡਿਪੈਂਡੈਂਟ ਨਹੀਂ ਹਾਂ, ਇਸ ਚੀਜ਼ ਨੂੰ ਬਚਾਉਣ ਦੇ ਲਈ ਅਸੀਂ ਪ੍ਰੋਟੈਕਸ਼ਨ ਦੀ ਪੋਲਿਸੀ ਨੂੰ ਲਾਉਂਦੇ ਹਾਂ। ਪ੍ਰੈਜ਼ਰਵੇਸ਼ਨ ਆਰਗੂਮੈਂਟ ਨੈਕਸਟ ਹੈ ਪ੍ਰੈਜ਼ਰਵੇਸ਼ਨ ਆਰਗੂਮੈਂਟ। ਕਈ ਜਿਹੜੇ ਪ੍ਰੋਡਕਟ ਨੇ ਜਿਨ੍ਹਾਂ ਨੂੰ ਅਸੀਂ ਪ੍ਰੀਜ਼ਰਵ ਕਰਨਾ ਹੁੰਦਾ ਹੈ, ਕਈ ਓਕੂਪੇਸ਼ਨ ਜਿਹੜੇ ਨੇ ਉਹਨਾਂ ਨੂੰ ਅਸੀਂ ਪ੍ਰੀਜ਼ਰਵ ਕਰਨਾ ਹੁੰਦਾ ਹੈ, ਜਿਸ ਦੇ ਲਈ ਅਸੀਂ ਪ੍ਰੋਟੈਕਸ਼ਨ ਪੋਲਿਸੀ ਲਾ ਲੈਂਦੇ ਹਾਂ। ਜਿਵੇਂ ਕਿ ਮੰਨ ਲਓ ਕਿ ਜੇਕਰ ਅਸੀਂ ਬਾਹਰੋਂ ਦੀ ਤਿਆਰ ਕੀਤੀਆਂ ਕੋਈ ਮੋਡਰਨਾਈਜ਼ਡ ਚੀਜ਼ਾਂ ਮੰਗਵਾ ਲਈਆਂ, ਅਤੇ ਆਪਣੇ ਜਿਹੜੇ ਇੱਥੇ ਨੇ, ਜਿਵੇਂ ਕਿ ਵੈਸੇ ਵੀ ਐਟ ਪ੍ਰੈਜ਼ੈਂਟ ਹੋਇਆ ਹੈ ਨਾ, ਕਿ ਪਹਿਲੇ ਅਸੀਂ ਜਿਹੜੀਆਂ ਨੇ ਹੱਥ ਦੀਆਂ ਬਣੀਆਂ ਪੱਖੀਆਂ ਯੂਜ਼ ਕਰਦੇ ਸੀ, ਹੱਥ ਦੀਆਂ ਬਣੀਆਂ ਦਰੀਆਂ ਯੂਜ਼ ਕਰਦੇ ਸੀ, ਅਤੇ ਇਸੇ ਤਰ੍ਹਾਂ ਦੀਆਂ ਹੀ ਹੱਥ ਦੀਆਂ ਬਣੀਆਂ ਚੀਜ਼ਾਂ ਜ਼ਿਆਦਾ ਯੂਜ਼ ਕਰਦੇ ਸੀ। ਬਟ ਜਦੋਂ ਬਾਹਰ ਦਾ ਕੰਪੀਟੀਸ਼ਨ ਆਇਆ
ਬਾਹਰੋਂ ਦੀ ਤਿਆਰ ਕੀਤੀਆਂ ਹੋਈਆਂ ਵਸਤੂਆਂ ਆਉਣ ਲੱਗ ਗਈਆਂ ਮਾਡਰਨਾਈਜ਼ਡ ਤਰੀਕੇ ਨਾਲ, ਪ੍ਰਿੰਟਿੰਗ ਹੋਣ ਲੱਗ ਗਈ, ਉਹਨਾਂ ਦੀ ਬਣਨ ਲੱਗ ਗਈਆਂ, ਡਿਜ਼ਾਈਨਿੰਗ ਹੋਣ ਲੱਗ ਗਈ, ਤਾਂ ਉਸ ਦੇ ਨਾਲ ਜਿਹੜਾ ਹੈ ਸਾਡੇ ਦੇਸ਼ ਦੀ ਜਿਹੜੀ ਹੈ ਇਹ ਇੰਡਸਟਰੀਜ਼ ਜਿਹੜੀ ਹੈ ਉਹ ਪ੍ਰੀਜ਼ਰਵ ਨਹੀਂ ਹੋ ਸਕੀਆਂ। ਚਾਹੇ ਇਹਨਾਂ ਦਾ ਸਾਈਜ਼ ਸਮਾਲ ਸੀ, ਪਰ ਇਹ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਜਿਹੜੀ ਹੈ ਰਿਸਪੈਕਟਫੁਲ ਪ੍ਰੋਫੈਸ਼ਨ ਮੰਨੇ ਜਾਂਦੇ ਸੀ। ਵਰਲਡ ਵਾਈਡ ਇਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਸੀ। ਜਿਵੇਂ ਕਿ ਬੰਗਲਾਦੇਸ਼ ਦੇ ਵਿੱਚ ਢਾਕੇ ਦੀ ਬਣੀ ਹੋਈ ਮਲਮਲ ਜਿਹੜੀ ਹੈ ਉਹ ਬਹੁਤ ਜ਼ਿਆਦਾ ਫੇਮਸ ਸੀ। ਇਸੇ ਤਰੀਕੇ ਦੇ ਨਾਲ ਆਪਣੇ ਦੇਸ਼ ਦੇ ਜਿਹੜੇ ਪ੍ਰੋਫੈਸ਼ਨਸ ਨੇ, ਟ੍ਰੈਡੀਸ਼ਨਲ ਪ੍ਰੋਫੈਸ਼ਨਸ ਨੇ, ਉਹਨਾਂ ਨੂੰ ਪ੍ਰੋਟੈਕਟ ਕਰਨ ਲਈ, ਬਚਾਉਣ ਦੇ ਲਈ ਜਿਹੜੀ ਹੈ ਪ੍ਰੋਟੈਕਸ਼ਨ ਪਾਲਿਸੀਜ਼ ਨੂੰ ਲਗਾਇਆ ਜਾਂਦਾ ਹੈ। ਨੈਕਸਟ ਹੈ ਲਗਜ਼ਰੀ ਗੁੱਡ ਤੇ ਹਾਰਮਫੁਲ ਗੁੱਡਸ ਦਾ ਅਨਨੈਸੈਸਰੀ ਐਕਸਪੈਂਡੀਚਰ, ਅਨਨੈਸੈਸਰੀ ਕੰਜ਼ੰਪਸ਼ਨ ਨੂੰ ਰੋਕਣ ਦੇ ਲਈ ਵੀ ਪ੍ਰੋਟੈਕਸ਼ਨ ਪਾਲਿਸੀਜ਼ ਲਗਾਈਆਂ ਜਾਂਦੀਆਂ ਨੇ। ਨੈਕਸਟ ਹੈ ਟੂ ਅਟਰੈਕਟ ਫੋਰਨ ਕੈਪੀਟਲ, ਫੋਰਨ ਕੈਪੀਟਲ ਅਟਰੈਕਟ ਕਰਨ ਲਈ ਵੀ ਪ੍ਰੋਟੈਕਸ਼ਨ ਲਾਈ ਜਾਂਦੀ ਹੈ। ਜੇ ਉਹਨਾਂ ਦੇ ਪ੍ਰੋਡਕਟ ਨੂੰ ਇੰਪੋਰਟ ਡਿਊਟੀ ਜ਼ਿਆਦਾ ਲਗਾ ਕੇ ਵੇਚਿਆ ਜਾਂਦਾ ਹੈ ਤਾਂ ਉਹਨਾਂ ਨੂੰ ਇੱਕ ਬੈਨੀਫਿਟ ਇਹ ਦਿਖਦਾ ਕਿ ਜੇ ਅਸੀਂ ਇੰਪੋਰਟ ਐਕਸਪੋਰਟ ਦੇ ਥਰੂ ਪ੍ਰੋਡਕਟ ਵੇਚਦੇ ਹਾਂ ਤਾਂ ਸਾਨੂੰ ਮਹਿੰਗਾ ਪੈਂਦਾ ਹੈ। ਇਸ ਲਈ ਬੈਨੀਫਿਟ ਹੈ ਕਿ ਕਿਉਂ ਨਾ ਜਿਹੜੇ ਦੇਸ਼ ਦੇ ਨਾਲ ਅਸੀਂ ਟਰੇਡ ਕਰ ਰਹੇ ਹਾਂ ਉਸ ਦੇਸ਼ ਦੇ ਵਿੱਚ ਹੀ ਆਪਣੀ ਕੋਈ ਇੰਡਸਟਰੀ ਬਣਾ ਲਈਏ, ਜਿਸ ਨੂੰ ਅਸੀਂ ਨਾਮ ਬੋਲਦੇ ਹਾਂ ਮਲਟੀਨੈਸ਼ਨਲ ਕਾਰਪੋਰੇਸ਼ਨਸ। ਸੋ ਇਸ ਦੇ ਨਾਲ ਜਿਹੜੀਆਂ ਨੇ ਵਿਦੇਸ਼ੀ ਕੰਪਨੀਆਂ ਜਿਹੜੀਆਂ ਨੇ ਉਹ ਐਨਕਰੇਜ ਹੁੰਦੀਆਂ ਨੇ ਕਿ ਅਸੀਂ ਤੁਹਾਡੇ ਦੇਸ਼ ਦੇ ਵਿੱਚ ਆ ਕੇ ਕੰਮ ਕਰਨਾ, ਜਿਸ ਦੇ ਨਾਲ ਜ਼ਿਆਦਾ ਬੈਨੀਫਿਟ ਇਹ ਹੁੰਦਾ ਕਿ ਉਹ ਆਪਣੀ ਮਾਡਰਨ ਟੈਕਨੀਕ ਵੀ ਲੈ ਕੇ ਆਉਂਦੇ ਨੇ, ਆਪਣੇ ਪਲਾਨਸ ਵੀ ਲੈ ਕੇ ਆਉਂਦੇ ਨੇ, ਪਰ ਇੰਪਲੋਇਮੈਂਟ ਸਾਡੇ ਦੇਸ਼ ਦੇ ਵਿੱਚ ਰੇਜ਼ ਹੁੰਦੀ ਹੈ। ਸੋ ਇਸ ਦੇ ਨਾਲ ਹੀ ਜਿਹੜੀ ਹੈ ਸੇਵਿੰਗਸ ਦੇ ਵਿੱਚ ਇਨਕਰੀਜ਼ ਹੁੰਦਾ, ਕਿਉਂਕਿ ਜਿਹੜਾ ਹੈ ਹਾਈ ਰੇਟ ਜਦੋਂ ਇੰਪੋਜ਼ ਕੀਤੇ ਜਾਂਦੇ ਨੇ ਇੰਪੋਰਟ ਆਫ ਫੋਰਨ ਗੁੱਡਸ ਦੇ ਉੱਤੇ, ਤਾਂ ਉਸ ਦੇ ਨਾਲ ਲੋਕਾਂ ਨੂੰ ਵਸਤੂਆਂ ਮਹਿੰਗੀਆਂ ਲੱਗਦੀਆਂ ਨੇ, ਜਿਸ ਦੇ ਨਾਲ ਲੋਕ ਰੈਦਰ ਦੈਨ ਕੰਜ਼ੰਪਸ਼ਨ ਸੇਵ ਕਰਨਾ ਜ਼ਿਆਦਾ ਪਸੰਦ ਕਰਦੇ ਨੇ। ਸੋ ਦਿਸ ਇਜ਼ ਅਬਾਊਟ ਦ ਪ੍ਰੋਟੈਕਸ਼ਨ, the point arguments in favor of protection policy. Now next is argument against protection policy. ਇਹਦੇ ਅਗੇਂਸਟ ਜਿਹੜੇ ਆਰਗੂਮੈਂਟਸ ਨੇ, ਪਹਿਲਾ ਆਰਗੂਮੈਂਟ ਹੈ ਕਿ ਹੋਮ ਪ੍ਰੋਡਿਊਸਰਸ ਨੂੰ ਜਿਹੜੀ ਹੈ ਬਹੁਤ ਲੇਜ਼ੀਨੈਸ ਮਿਲ ਜਾਂਦੀ ਹੈ, ਹੋਮ ਪ੍ਰੋਡਿਊਸਰਸ ਨੂੰ ਬਹੁਤ ਜ਼ਿਆਦਾ ਲੋੜ ਤੋਂ ਵੱਧ ਜਿਹੜੇ ਨੇ ਇੱਕ ਇਨਸੈਂਟਿਵਸ ਮਿਲ ਜਾਂਦੇ ਨੇ, ਸਬਸਿਡੀਜ਼ ਮਿਲਣ ਲੱਗ ਜਾਂਦੀਆਂ ਨੇ, ਉਹਨਾਂ ਨੂੰ ਬਾਹਰਲੇ ਕੰਪੀਟੀਸ਼ਨ ਫੇਸ ਨਹੀਂ ਕਰਨਾ ਪੈਂਦਾ, ਜਿਸ ਦੇ ਕਾਰਨ ਉਹ ਆਪਣੇ ਪ੍ਰੋਡਕਟਸ ਨੂੰ ਬਹੁਤਾ ਇੰਪਰੂਵ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਉਹਨਾਂ ਦੇ ਇੰਟਰਸਟ ਜਿਹੜੇ ਨੇ ਗਵਰਨਮੈਂਟ ਆਪਣੇ ਸਿਰ 'ਤੇ ਲੈ ਲੈਂਦੀ ਹੈ, ਕਿਉਂਕਿ ਇਨਫੈਂਟ ਇੰਡਸਟਰੀ ਨੂੰ ਬਚਾਉਣ ਦੇ ਲਈ ਇੱਕ ਤਾਂ ਉਹਨਾਂ ਨੂੰ ਪ੍ਰੋਟੈਕਸ਼ਨ ਮਿਲ ਰਹੀ ਹੈ, ਇੱਕ ਉਹਨਾਂ ਨੂੰ ਕੋਸਟ ਆਫ ਪ੍ਰੋਡਕਸ਼ਨ ਦੇ ਉੱਤੇ ਹਦਾਇਤ ਮਿਲਣੀ ਸ਼ੁਰੂ ਹੋ ਜਾਂਦੀ ਹੈ ਕਿ ਸਬਸਿਡੀਜ਼ ਦੇ ਥਰੂ ਉਹਨਾਂ ਦੀ ਹੈਲਪ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ, ਜਿਸ ਦੇ ਕਾਰਨ ਕਿੱਥੇ ਨਾ ਕਿੱਥੇ ਜਿਹੜਾ ਹੈ ਹੈਲਦੀ ਕੰਪੀਟੀਸ਼ਨ ਮਰਨ ਲੱਗ ਜਾਂਦਾ ਹੈ, ਐਂਡ ਹੋਣ ਲੱਗ ਜਾਂਦਾ ਹੈ। ਨੈਕਸਟ ਹੈ ਕਈ ਤਰ੍ਹਾਂ ਦੇ ਜਦੋਂ ਇਹੋ ਜਿਹਾ ਸਿਸਟਮ ਹੁੰਦਾ ਹੈ ਜਿਹਦੇ ਵਿੱਚ ਕੰਪੀਟੀਸ਼ਨ ਬਾਹਰ ਦਾ ਫੇਸ ਨਹੀਂ ਕੀਤਾ ਜਾਂਦਾ, ਇੰਪਰੂਵਮੈਂਟ ਵੱਲ ਧਿਆਨ ਨਹੀਂ ਦਿੱਤਾ ਜਾਂਦਾ, ਤਾਂ ਉਸ ਸਿਸਟਮ ਦੇ ਵਿੱਚ ਕਰਪਸ਼ਨ ਵੀ ਬਰਥ ਲੈ ਲੈਂਦੀ ਹੈ, ਕਰਪਸ਼ਨ ਵੀ ਪੈਦਾ ਹੋ ਜਾਂਦੀ ਹੈ। ਨੈਕਸਟ ਹੈ ਕ੍ਰੀਏਸ਼ਨ ਆਫ ਮੋਨੋਪਲੀਜ਼। ਜਦੋਂ ਬਾਹਰਲੇ ਪ੍ਰੋਡਿਊਸਰਸ ਦੇ ਨਾਲ ਕੋਈ ਵੀ ਕੰਪੀਟੀਸ਼ਨ ਨਹੀਂ ਹੋ ਰਿਹਾ ਤਾਂ ਪਾਵਰ, ਜਿਹਨੂੰ ਆਪਾਂ ਕਹਿੰਦੇ ਹਾਂ ਕੌਨਸੈਂਟਰੇਸ਼ਨ ਆਫ ਇਕਨੋਮਿਕ ਪਾਵਰ, ਕੁਝ ਕੁ ਹੱਥਾਂ ਤੱਕ ਹੀ ਸੀਮਿਤ ਰਹਿ ਜਾਂਦੀ ਹੈ, ਅਤੇ ਉਹ ਕੁਝ ਕੁ ਹੱਥ ਜਿਹੜੇ ਨੇ ਬਾਅਦ ਵਿੱਚ ਮੋਨੋਪਲੀਜ਼ ਬਣ ਸਕਦੇ ਨੇ ਜਾਂ ਬਣ ਜਾਂਦੇ ਨੇ। ਨੈਕਸਟ ਹੈ ਨੋ ਪ੍ਰੋਪਰ ਯੂਟੀਲਾਈਜੇਸ਼ਨ ਆਫ ਨੈਚੁਰਲ ਰਿਸੋਰਸਿਸ, ਕਿਉਂਕਿ ਜਦੋਂ ਬਾਹਰਲੇ ਕੰਟਰੀ ਦੇ ਵਿੱਚ ਸਾਡਾ ਪ੍ਰੋਡਕਟ ਆਉਂਦੇ ਨੇ, ਫ੍ਰੀ ਫਲੋ ਹੁੰਦਾ ਲੇਬਰ ਐਂਡ ਕੈਪੀਟਲ ਦਾ, ਤਾਂ ਉਸ ਟਾਈਮ ਦੇ ਉੱਤੇ ਪੂਰੇ ਚਾਂਸਿਸ ਹੁੰਦੇ ਨੇ ਕਿ ਕੰਟਰੀ ਪ੍ਰੋਟੈਕਸ਼ਨ ਪ੍ਰੋਪਰ ਯੂਟੀਲਾਈਜੇਸ਼ਨ ਆਫ ਰਿਸੋਰਸਿਸ ਕਰੇ। ਪਰ ਜਦੋਂ ਇਹੋ ਜਿਹੀ ਪ੍ਰੋਟੈਕਸ਼ਨ ਦੀਆਂ ਪੋਲਿਸੀਜ਼ ਅਪਲਾਈ ਕੀਤੀਆਂ ਜਾਂਦੀਆਂ ਨੇ ਤਾਂ ਰਿਸਰਚ ਐਂਡ ਡਿਵੈਲਪਮੈਂਟ ਜਾਂ ਕਈ ਤਰ੍ਹਾਂ ਦੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਵਿਦੇਸ਼ਾਂ ਤੋਂ ਨਹੀਂ ਮੰਗਵਾ ਸਕਦੇ, ਜਿਸ ਦੇ ਨਾਲ ਸਾਡੇ ਦੇਸ਼ ਦੇ ਵਿੱਚ ਪ੍ਰੋਡਕਟ ਦੀ ਇੰਪਰੂਵਮੈਂਟ ਉਸ ਲੈਵਲ ਦੀ ਨਹੀਂ ਹੁੰਦੀ ਜਿਸ ਲੈਵਲ ਦੀ ਹੋਣੀ
ਚਾਹੀਦੀ ਹੈ। ਨੈਕਸਟ ਹੈ ਜਿਹੜਾ ਬੜਾ ਇੰਪੋਰਟੈਂਟ ਪੁਆਇੰਟ ਹੈ ਕਿ ਜਦੋਂ ਪ੍ਰੋਟੈਕਸ਼ਨ ਲੱਗ ਜਾਂਦੀ ਹੈ ਤਾਂ ਕੰਜ਼ਿਊਮਰ ਦਾ ਕੋਈ ਕਸੂਰ ਨਹੀਂ ਹੈ। ਕੰਜ਼ਿਊਮਰ ਆਪਣੀ ਇਨਕਮ ਅਰਨ ਕਰ ਰਿਹਾ ਤੇ ਉਹ ਇਹ ਚਾਹੁੰਦਾ ਹੈ ਕਿ ਸਾਨੂੰ ਵਧੀਆ ਪ੍ਰੋਡਕਟ ਵੀ ਮਿਲੇ ਤੇ ਸਸਤੇ ਰੇਟ 'ਚ ਵੀ ਮਿਲੇ, ਤੇ ਉਹ ਇੰਪੋਰਟਡ ਪ੍ਰੋਡਕਟ ਵੀ ਮੰਗਵਾ ਲੈਂਦਾ ਜੇ ਉਸਨੂੰ ਲੱਗੇ ਕਿ ਮੇਰੀ ਚੁਆਇਸ ਦਾ ਪ੍ਰੋਡਕਟ ਮੇਰੇ ਦੇਸ਼ 'ਚ ਨਹੀਂ ਮਿਲ ਰਿਹਾ। ਚੁਆਇਸਿਸ ਵੀ ਵੱਧ ਹੁੰਦੀਆਂ ਨੇ ਜਦੋਂ ਇੰਪੋਰਟ ਹੁੰਦਾ ਕਿ ਉਹ ਕਿੱਥੋਂ ਦੀ ਮੰਗਵਾ ਸਕਦਾ, ਪਰ ਜਦੋਂ ਪ੍ਰੋਟੈਕਸ਼ਨ ਲੱਗ ਜਾਂਦੀ ਹੈ ਕੰਜ਼ਿਊਮਰ ਨੂੰ ਕਈ ਵਾਰ ਪ੍ਰੋਡਕਟ ਨਹੀਂ ਮਿਲਦਾ, ਕਈ ਵਾਰ ਉਹੀ ਪ੍ਰੋਡਕਟ ਬਹੁਤ ਜ਼ਿਆਦਾ ਰੇਟ ਦੇ ਉੱਤੇ ਮਿਲਦਾ, ਜਿਸ ਦੇ ਕਾਰਨ ਕੰਜ਼ਿਊਮਰ